ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਜੀ ਨਾਲ ਪਿਆਰ ਰੱਖਣ ਵਾਲੇ ਗੁਰਸਿੱਖ ਜੋ ਕਿ ਵਿਦੇਸ਼ਾਂ ਵਿੱਚ ਵੀ ਵਸਦੇ ਸਨ। ਉਹਨਾਂ ਜਦ ਵੀ ਆਪ ਜੀ ਨੂੰ ਮਿਲਣ ਆਉਣਾ ਤਦ ਬੇਨਤੀ ਕਰਨੀ ਕਿ ਆਪ ਜੀ ਸਮਾਂ ਕੱਢ ਕੇ ਸਾਡੇ ਪਾਸ ਵਿਦੇਸ਼ ਜ਼ਰੂਰ ਆਓ ਤਾਂ ਜੋ ਅਸੀਂ ਵੀ ਆਪ ਜੀ ਦੀ ਸੰਗਤ ਦਾ ਆਨੰਦ ਮਾਣ ਸਕੀਏ ਅਤੇ ਹੋਰ ਪ੍ਰੇਮੀ ਵੀ ਆਪ ਜੀ ਨਾਲ ਗੁਰਮਤਿ ਸਾਂਝ ਬਣਾ ਕੇ ਸਤਿਗੁਰ ਜੀ ਦੀ ਗੁਰਸਿੱਖੀ ਨੂੰ ਧਾਰ ਕੇ ਆਪਣਾ ਜੀਵਨ ਸਫਲਾ ਕਰ ਸਕਣ। ਇਸੇ ਪ੍ਰਕਾਰ ਦੀਆਂ ਬੇਨਤੀਆਂ ਪੱਤਰਾਂ ਰਾਹੀਂ ਵੀ ਆਪ ਜੀ ਪਾਸ ਪੁੱਜਦੀਆਂ ਰਹੀਆਂ। ਪਿਆਰ ਅਤੇ ਖਿੱਚ ਇੱਕ ਅਜਿਹੀ ਵਸਤੂ ਹੈ ਜੋ ਹਜ਼ਾਰਾਂ ਮੀਲਾਂ ਤੋਂ ਵੀ ਆਪਣਾ ਅਸਰ ਪਾਉਂਦੀ ਹੈ। ਸੋ ਇਸੇ ਪ੍ਰਕਾਰ ਵਿਦੇਸ਼ ਵਿੱਚ ਵਸਦੇ ਪ੍ਰੇਮੀਆਂ ਦੀ ਖਿੱਚ ਸਦਕਾ ਉਹਨਾਂ ਦੇ ਪਿਆਰ ਨੂੰ ਪੂਰਾ ਕਰਨ ਲਈ ਬਾਬਾ ਜੀ ਨੇ 3 ਵਾਰ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੀ ਯਾਤਰਾ ਕੀਤੀ। ਘਰਾਂ ਘਰਾਂ ਅਤੇ ਗੁਰ ਅਸਥਾਨਾਂ ਵਿੱਚ ਜਾ ਕੇ ਸੰਗਤ ਨੂੰ ਗੁਰਮਤਿ ਗਾਡੀ ਰਾਹ ਤੋਂ ਜਾਣੂ ਕਰਵਾਇਆ ਅਤੇ ਗੁਰੂ ਉਪਦੇਸ਼ ਦੇ ਦ੍ਰਿੜ ਧਾਰਨੀ ਬਣਨ ਹਿੱਤ ਪ੍ਰੇਰਨਾ ਦਿੱਤੀ। ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। 1981 ਈਸਵੀ ਨੂੰ ਇਹਨਾਂ 3 ਮੁਲਕਾਂ ਦੀ ਯਾਤਰਾ ਸਮੇਂ ਬਾਬਾ ਜੀ ਨੇ ਸੇਵਾ ਸਿੰਘ ਬਾਬਾ ਜੀ ਨੂੰ ਵੀ ਆਪਣੇ ਨਾਲ ਹੀ ਰੱਖਿਆ। ਕਈ ਇੱਕ ਪ੍ਰੇਮੀਆਂ ਦੇ ਗੁਰਮਤਿ ਪ੍ਰਤੀ ਜੋ ਸ਼ੰਕੇ ਸਨ, ਬਾਬਾ ਜੀ ਨੇ ਉਹ ਆਪਣੇ ਅਨੁਭਵੀ ਤਜਰਬੇ ਜਾਂ ਗੁਰਬਾਣੀ ਦੇ ਆਧਾਰ ਤੇ ਨਿਵਰਤ ਕੀਤੇ। ਜਿਸ ਵੀ ਪਰਿਵਾਰ ਵਿੱਚ ਬਾਬਾ ਜੀ ਗਏ, ਥੋੜੇ ਸਮੇਂ ਬਾਅਦ ਹੀ ਸਤਿਗੁਰ ਜੀ ਨੇ ਉਸ ਪ੍ਰੇਮੀ ਨੂੰ ਆਪਣੀ ਸਭ ਤੋਂ ਪਿਆਰੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਪ੍ਰੇਰਨਾ ਸਦਕਾ ਬਾਬਾ ਜੀ ਨੇ ਜਿੱਥੇ ਦੇਸ਼ ਵਿੱਚ ਵਿਚਰ ਕੇ ਗੁਰੂ ਹੁਕਮ ਦਾ ਸੰਦੇਸ਼ਾ ਦਿੱਤਾ, ਉੱਥੇ ਵਿਦੇਸ਼ਾਂ ਵਿੱਚ ਵਸਦੇ ਪ੍ਰੇਮੀਆਂ ਨੂੰ ਵੀ ਗੁਰੂ ਦੇ ਲੜ ਲਾਇਆ। ਆਪ ਜੀ ਸੰਗਤ ਦੀ ਪ੍ਰੇਰਨਾ ਸਦਕਾ 1981 ਈਸਵੀ ਵਿੱਚ ਵਿਦੇਸ਼ ਯਾਤਰਾ ਦੌਰਾਨ ਕੈਨੇਡਾ ਵਿੱਚ ਵਿਚਰ ਰਹੇ ਸਨ। ਆਪ ਜੀ ਦੇ ਕੈਨੇਡਾ ਵਿੱਚ ਆਉਣ ਦੀ ਸ਼ੋਅ ਸਰਦਾਰ ਦਵਿੰਦਰ ਸਿੰਘ ਗੜਦੀਵਾਲਾ ਨੇ ਸੁਣੀ, ਜੋ ਕਿ ਵੈਂਕੂਵਰ ਵਿੱਚ ਰਹਿੰਦੇ ਸਨ। ਉਹਨਾਂ ਦੇ ਘਰੋਂ ਬੀਬੀ ਦਾ ਨਾਮ ਪਰਮਜੀਤ ਕੌਰ ਸੀ। ਇਹਨਾਂ ਦਾ ਵਿਆਹ ਹੋਏ ਨੂੰ ਕੋਈ 10-12 ਸਾਲ ਦਾ ਸਮਾਂ ਹੋ ਚੁੱਕਾ ਸੀ, ਪਰ ਪਰਮੇਸ਼ਵਰ ਦੀ ਨੇਤ ਇਹਨਾਂ ਦੇ ਗ੍ਰਹਿ ਵਿੱਚ ਕਿਸੇ ਬੱਚੇ ਨੇ ਜਨਮ ਨਾ ਲਿਆ। ਜਿਵੇਂ ਕਿ ਹਰ ਗ੍ਰਸਤੀ ਦੀ ਲੋਚ ਹੁੰਦੀ ਹੈ ਕਿ ਸੰਸਾਰ ਨਾਲ ਰਿਸ਼ਤਾ ਜੋੜਨ ਲਈ ਘਰ ਵਿੱਚ ਸੰਤਾਨ ਹੋਣੀ ਜ਼ਰੂਰੀ ਹੈ, ਇਸੇ ਲੋਚ ਤੇ ਆਸ਼ਾ ਅਧੀਨ ਇਹ ਵਿਵਾਹਿਤ ਜੋੜਾ ਵੀ ਸੰਤਾਨ ਦੀ ਪ੍ਰਾਪਤੀ ਲਈ ਅਤ ਉਤਾਵਲਾ ਸੀ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਆਸ਼ਾ ਨਿਰਾਸ਼ਾ ਵਿੱਚ ਬਦਲਦੀ ਨਜ਼ਰ ਆਉਣ ਲੱਗ ਪਈ। ਕਈ ਪ੍ਰਕਾਰ ਦੇ ਯਤਨ ਕੀਤੇ ਪਰ ਸਫਲਤਾ ਨਾ ਹੋਈ। ਇਸੇ ਆਛੇ ਨੂੰ ਮੁੱਖ ਰੱਖ ਕੇ ਸਰਦਾਰ ਦਵਿੰਦਰ ਸਿੰਘ ਤੇ ਬੀਬੀ ਨੇ ਬਾਬਾ ਜੀ ਨੂੰ ਆਪਣੇ ਘਰ ਵਿੱਚ ਪ੍ਰਸ਼ਾਦਾ ਛਕਣ ਲਈ ਨਿਮੰਤਰਣ ਦਿੱਤਾ। ਆਪ ਜੀ ਨੇ ਸਵੀਕਾਰ ਕਰ ਲਿਆ ਤੇ ਨਿਯਤ ਦਿਨ ਤੇ ਇਹਨਾਂ ਦੇ ਘਰ ਹੋਰ ਪ੍ਰੇਮੀਆਂ ਨਾਲ ਲੰਗਰ ਛਕਣ ਲਈ ਆਪ ਜੀ ਪੁੱਜ ਗਏ। ਪ੍ਰਸ਼ਾਦਾ ਛਕਣ ਉਪਰੰਤ ਆਪ ਜੀ ਨੇ ਗੁਰੂ ਦਾ ਉਪਦੇਸ਼ ਪਰਿਵਾਰ ਅਤੇ ਇਕੱਤਰ ਹੋਈ ਸੰਗਤ ਨੂੰ ਗੁਰਬਾਣੀ ਅਤੇ ਸਾਖੀਆਂ ਰਾਹੀਂ ਸਰਵਣ ਕਰਵਾਇਆ। ਗੁਰੂ ਉਪਦੇਸ਼ ਨੂੰ ਸਰਵਣ ਕਰਨ ਉਪਰੰਤ ਇੱਕ ਸਿਆਣੀ ਬਿਰਧ ਮਾਤਾ, ਜੋ ਕਿ ਸਰਦਾਰ ਦਵਿੰਦਰ ਸਿੰਘ ਹੁਰਾਂ ਨਾਲ ਪਰਿਵਾਰਿਕ ਨੇੜਤਾ ਰੱਖਦੀ ਸੀ, ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਇਹਨਾਂ ਬੱਚਿਆਂ ਦੇ ਵਿਆਹ ਨੂੰ 10-12 ਸਾਲ ਗੁਜ਼ਰ ਗਏ ਹਨ, ਪਰ ਪਰਿਵਾਰ ਵਿੱਚ ਅਜੇ ਵਾਧਾ ਨਹੀਂ ਹੋਇਆ। ਸੰਸਾਰ ਨਾਲ ਗੰਢ ਨਾ ਪੈਣ ਸਦਕਾ ਇਹ ਦੋਵੇਂ ਹੁਣ ਬੜੀ ਪਰੇਸ਼ਾਨੀ ਦਾ ਜੀਵਨ ਬਤੀਤ ਕਰ ਰਹੇ ਹਨ। ਆਪ ਜੀ ਕਿਰਪਾ ਕਰੋ, ਆਸ਼ੀਰਵਾਦ ਬਖਸ਼ਿਸ਼ ਕਰੋ ਤਾਂ ਜੋ ਇਹਨਾਂ ਦਾ ਵੀ ਸੰਸਾਰ ਵਿੱਚ ਰਿਸ਼ਤਾ ਕਾਇਮ ਹੋ ਜਾਵੇ। ਮਾਤਾ ਜੀ ਦੀ ਬੇਨਤੀ ਸੁਣ ਕੇ ਬਾਬਾ ਜੀ ਨੇ ਬਚਨ ਕੀਤਾ, ਬੀਬੀ ਜੀ, ਇਹ ਸਭ ਦਾਤਾਂ ਸਤਿਗੁਰ ਜੀ ਦੇ ਹੱਥ ਹਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰੋ। ਸਤਿਗੁਰ ਜੀ ਦਿਆਲੂ ਕਿਰਪਾਲੂ ਹਨ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ।
ਸ਼ਰਧਾ ਭਾਵਨੀ ਨਾਲ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਮੰਗੋਗੇ, ਸਤਿਗੁਰ ਜੀ ਬਖਸ਼ਿਸ਼ ਕਰਨ ਵਾਲੇ ਹਨ। ਆਪ ਜੀ ਦੇ ਬਚਨ ਮਾਈ ਨੇ ਸਰਵਣ ਕਰ ਲਏ ਤੇ ਮੁੜ ਪਹਿਲੀ ਕੀਤੀ ਬੇਨਤੀ ਨੂੰ ਹੀ ਦੁਹਰਾਉਣਾ ਕੀਤਾ। ਆਪ ਜੀ ਨੂੰ ਮਾਤਾ ਦੀ ਦੁਬਾਰਾ ਕੀਤੀ ਬੇਨਤੀ ਸੁਣਾਈ ਨਾ ਦਿੱਤੀ ਤੇ ਆਪ ਨੇ ਕਿਹਾ ਕਿ ਬੀਬੀ ਜਰਾ ਉੱਚੀ ਗੱਲ ਕਰੋ, ਕਿਉਂਕਿ ਮੇਰੇ ਖੱਬੇ ਕੰਨ ਵਿੱਚ ਥੋੜਾ ਉੱਚਾ ਸੁਣਦਾ ਹੈ, ਜਿਸ ਕਾਰਨ ਤੁਹਾਡੀ ਗੱਲ ਦੀ ਮੈਨੂੰ ਪੂਰੀ ਸਮਝ ਨਹੀਂ ਪਈ। ਮਾਤਾ ਨੇ ਬਾਬਾ ਜੀ ਨੂੰ ਫਿਰ ਦਵਿੰਦਰ ਸਿੰਘ ਦੇ ਘਰ ਵਿੱਚ ਸੰਤਾਨ ਪ੍ਰਾਪਤੀ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ। ਆਪ ਜੀ ਨੇ ਮਾਤਾ ਦੀ ਗੱਲ ਸੁਣ ਕੇ ਉੱਤਰ ਦਿੱਤਾ, ਬੀਬੀ ਜੀ, ਜੇ ਬੱਚਾ ਭਾਗਾਂ ਵਿੱਚ ਹੁੰਦਾ ਤਾਂ ਉਹ ਮਿਲ ਜਾਣਾ ਸੀ। ਦੂਸਰੇ ਅਰਦਾਸ ਜ਼ੋਰ ਨਾਲ ਨਹੀਂ ਕਰਵਾਈ ਜਾਂਦੀ ਅਤੇ ਨਾ ਹੀ ਜ਼ੋਰ ਨਾਲ ਕੀਤੀ ਜਾਂਦੀ ਹੈ। ਗੁਰੂ ਦਰ ਅਰਦਾਸ ਤਾਂ ਉਹੀ ਪ੍ਰਵਾਨ ਹੁੰਦੀ ਹੈ ਜੋ ਮਨ ਦੇ ਅੰਦਰਲੇ ਪਰਤ ਤੋਂ ਨਿਕਲੇ। ਬਾਕੀ ਮੈਂ ਇੱਥੇ ਵਿਦੇਸ਼ ਵਿੱਚ ਮੁੰਡੇ ਕੁੜੀਆਂ ਵੰਡਣ ਨਹੀਂ ਆਇਆ, ਮੈਂ ਤਾਂ ਗੁਰਮਤਿ ਦਾ ਸੰਦੇਸ਼ ਦੇਣ ਆਇਆ ਹਾਂ। ਮੈਂ ਕੋਈ ਰਿੱਧੀਆਂ ਸਿੱਧੀਆਂ ਨਹੀਂ ਕੀਤੀਆਂ ਹੋਈਆਂ। ਸਾਡੇ ਲਈ ਤਾਂ ਸਭ ਕੁਝ ਸਤਿਗੁਰ ਹੀ ਹਨ। ਅਸੀਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਤੁਸੀਂ ਸਤਿਗੁਰ ਜੀ ਨੂੰ ਦਾਤਾਂ ਜਾਣ ਕੇ ਸ਼ਰਧਾ ਭਾਵਨੀ ਨਾਲ ਬੇਨਤੀ ਕਰੋ। ਇਹ ਵਚਨ ਕਰਕੇ ਆਪ ਜੀ ਨੇ ਸੰਗਤਾਂ ਪਾਸੋਂ ਵਿਦਾ ਲਈ ਤੇ ਨਾਲ ਆਈ ਸੰਗਤ ਸਮੇਤ ਆਪ ਜੀ ਸਰਦਾਰ ਫੇਰਾ ਸਿੰਘ ਜੀ ਦੇ ਘਰ ਆਪਣੇ ਵਿਸ਼ਰਾਮ ਟਿਕਾਣੇ ਤੇ ਪੁੱਜ ਗਏ। ਸਰਦਾਰ ਦਵਿੰਦਰ ਸਿੰਘ ਨੇ ਮਨ ਨਹੀਂ ਹਾਰਿਆ। ਇੱਕ ਦਿਨ ਆਪਣੇ ਘਰ ਵਾਲੀ ਬੀਬੀ ਪਰਮਜੀਤ ਕੌਰ ਨੂੰ ਨਾਲ ਲੈ ਕੇ ਲੋਡੇ ਪਹਿਰ ਸਰਦਾਰ ਫੇਰਾ ਸਿੰਘ ਜੀ ਦੇ ਘਰ ਆਏ। ਬੀਬੀ ਜੀਤ ਕੌਰ ਜੀ ਨੇ ਜਿਨ੍ਹਾਂ ਨੂੰ ਜਲ ਪਾਣੀ ਦੀ ਸੇਵਾ ਬੜੇ ਪਿਆਰ ਨਾਲ ਕੀਤੀ। ਦੋਵਾਂ ਨੇ ਜਲ ਪਾਣੀ ਛਕ ਕੇ ਬਾਬਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਬਾਬਾ ਜੀ ਦਾ ਆਸਨ ਚੁਬਾਰੇ ਵਿੱਚ ਸੀ। ਬੀਬੀ ਜੀ ਨੇ ਦੋਵਾਂ ਨੂੰ ਬਾਬਾ ਜੀ ਪਾਸ ਚੁਬਾਰੇ ਉੱਪਰ ਜਾਣ ਲਈ ਕਹਿ ਦਿੱਤਾ। ਦੋਵਾਂ ਨੇ ਬਾਬਾ ਜੀ ਨੂੰ ਫਤਿਹ ਬੁਲਾਈ ਤੇ ਬੈਠ ਗਏ। ਬਾਬਾ ਜੀ ਨੇ ਆਉਣ ਦਾ ਕਾਰਨ ਪੁੱਛਿਆ। ਦਵਿੰਦਰ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਜੀ, ਮੈਂ ਡਾਕਟਰ ਨਾਲ ਅਪਾਇੰਟਮੈਂਟ ਲੈ ਲਈ ਹੈ। ਮੇਰੇ ਮਨ ਦੀ ਖੁਆਇਸ਼ ਹੈ ਕਿ ਮੈਂ ਤੁਹਾਡੇ ਕੰਨ ਡਾਕਟਰ ਨੂੰ ਦਿਖਾਵਾਂ। ਦੱਸਣ ਮੁਤਾਬਿਕ ਕੰਨ ਟੈਸਟ ਕਰਕੇ ਉਸ ਵਿੱਚ ਇੱਕ ਛੋਟੀ ਜਿਹੀ ਮਸ਼ੀਨ ਜੋ ਕੰਨ ਵਿੱਚ ਹੀ ਫਿੱਟ ਹੋ ਜਾਂਦੀ ਹੈ ਲਾਉਣੀ ਪਵੇਗੀ ਤੇ ਉਮੀਦ ਹੈ ਆਪ ਜੀ ਨੂੰ ਮੁੜ ਪੂਰਾ ਸੁਣਨ ਲੱਗ ਜਾਵੇਗਾ। ਬਾਬਾ ਜੀ ਨੇ ਦਵਿੰਦਰ ਸਿੰਘ ਦੀ ਬੇਨਤੀ ਸੁਣ ਲਈ ਤੇ ਥੋੜਾ ਚਿਰ ਚੁੱਪ ਰਹਿ ਕੇ ਕਹਿਣ ਲੱਗੇ, ਐਵੇਂ ਕਾਦੇ ਲਈ ਪੈਸੇ ਖਰਚਣੇ ਹਨ, ਬਥੇਰਾ ਸਾਰੀ ਉਮਰ ਸੁਣ ਲਿਆ ਹੈ। ਹੁਣ ਵੀ ਗੁਰੂ ਮਿਹਰ ਨਾਲ ਲੋੜ ਮੁਤਾਬਿਕ ਸੁਣੀ ਜਾਂਦਾ ਹੈ। ਤੁਸੀਂ ਖੇਚਲ ਨਾ ਕਰੋ। ਇੱਥੇ ਕੈਨੇਡਾ ਵਿੱਚ ਸੁਣਿਆ ਹੈ ਡਾਕਟਰੀ ਇਲਾਜ ਬਹੁਤ ਮਹਿੰਗਾ ਹੈ, ਸੋ ਇਹ ਪੈਸੇ ਕਿਸੇ ਹੋਰ ਧਰਮ, ਅਰਥ ਜਾਂ ਗਰੀਬ ਲੋੜਵੰਦ ਦੀ ਜ਼ਰੂਰਤ ਪੂਰੀ ਕਰਨ ਲਈ ਵਰਤ ਲੈਣਾ। ਦਵਿੰਦਰ ਸਿੰਘ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਬਾਬਾ ਜੀ, ਬਹੁਤਾ ਖਰਚ ਨਹੀਂ ਆਉਣਾ। ਦੂਸਰੇ ਮੇਰੇ ਮਨ ਦੀ ਭਾਵਨਾ ਹੈ, ਕਿਉਂਕਿ ਮੈਂ ਮਹਿਸੂਸ ਕੀਤਾ ਹੈ ਕਿ ਜਦੋਂ ਤੁਸੀਂ ਗੁਰਬਾਣੀ ਦਾ ਪਾਠ ਸੁਣਦੇ ਹੋ ਜਾਂ ਕੋਈ ਪ੍ਰੇਮੀ ਨਾਲ ਆਪ ਜੀ ਬਚਨ ਸਾਂਝੇ ਕਰਦੇ ਹੋ ਤਾਂ ਆਪ ਜੀ ਨੂੰ ਕਾਫੀ ਧਿਆਨ ਨਾਲ ਸੁਣਨਾ ਪੈਂਦਾ ਹੈ। ਕੰਨ ਵਿੱਚ ਅੱਧੇ ਅਖਰੋਟ ਦੀ ਗਿਰੀ ਤੋਂ ਵੀ ਘੱਟ ਵਜ਼ਨ ਦੀ ਮਸ਼ੀਨ ਫਿੱਟ ਹੋ ਜਾਂਦੀ ਹੈ। ਉਸ ਦੀ ਲੋੜ ਅਨੁਸਾਰ ਆਵਾਜ਼ ਵਧਾ ਘਟਾ ਸਕਦੇ ਹਾਂ। ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਕੰਨ ਵਿੱਚ ਮਸ਼ੀਨ ਲੱਗੀ ਹੋਈ ਹੈ। ਸੋ ਬੇਨਤੀ ਪ੍ਰਵਾਨ ਕਰੋ ਤੇ ਪਰਸੋਂ ਮੈਂ 11 ਵਜੇ ਤੁਹਾਨੂੰ ਆ ਕੇ ਲੈ ਜਾਵਾਂਗਾ। ਡਾਕਟਰ ਨਾਲ 11:30 ਵਜੇ ਅਪਾਇੰਟਮੈਂਟ ਹੈ। 20 ਮਿੰਟ ਵਿੱਚ ਉਹ ਸਾਨੂੰ ਵਿਹਲਾ ਕਰ ਦੇਵੇਗਾ। ਉਸਨੇ ਕੰਨ ਵੇਖ ਕੇ ਕੰਨ ਵਿੱਚ ਮਸ਼ੀਨ ਫਿੱਟ ਕਰਨ ਦਾ ਨਾਪ ਲੈਣਾ ਹੈ। ਦਵਿੰਦਰ ਸਿੰਘ ਨੇ ਬਹੁਤਾ ਕਹਿਣ ਤੇ ਆਪ ਮੰਨ ਗਏ। ਨਿਯਤ ਕੀਤੇ ਸਮੇਂ ਤੇ ਦਵਿੰਦਰ ਸਿੰਘ ਕਾਰ ਲੈ ਕੇ ਆ ਕੇ ਬਾਬਾ ਜੀ ਨੂੰ ਡਾਕਟਰ ਪਾਸ ਲੈ ਗਿਆ।
ਡਾਕਟਰ ਨੇ ਚੰਗੀ ਤਰ੍ਹਾਂ ਕੰਨ ਵੇਖਿਆ ਤੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਪੈਦਾ ਕਰਕੇ ਆਪਣੀ ਤਸੱਲੀ ਕਰ ਲਈ ਤੇ ਕੰਨ ਦੀ ਕਨੋਲੀ ਦਾ ਨਾਪ ਲੈ ਲਿਆ ਤੇ ਕਿਹਾ ਕਿ ਕੰਨ ਵਿੱਚ ਬਹੁਤ ਮਾਮੂਲੀ ਨੁਕਸ ਹੈ। ਇਸ ਮਸ਼ੀਨ ਦੇ ਲੱਗਣ ਨਾਲ ਬਿਲਕੁਲ ਪੂਰਾ ਸੁਣਨ ਲੱਗ ਜਾਵੇਗਾ। ਤੁਸੀਂ 1 ਹਫ਼ਤੇ ਬਾਅਦ ਆ ਕੇ ਬਣੀ ਹੋਈ ਮਸ਼ੀਨ ਲਵਾ ਜਾਣੀ। ਜੇ ਮਸ਼ੀਨ ਵਿੱਚ ਥੋੜਾ ਬਹੁਤਾ ਫਰਕ ਹੋਇਆ ਤਾਂ ਮੈਂ ਉਸੇ ਵੇਲੇ ਹੀ ਰਗੜ ਕੇ ਠੀਕ ਕਰ ਦੇਵਾਂਗਾ। ਡਾਕਟਰ ਦੇ ਕਲੀਨਿਕ ਦੇ ਨਜ਼ਦੀਕ ਹੀ ਦਵਿੰਦਰ ਸਿੰਘ ਦਾ ਘਰ ਸੀ। ਡਾਕਟਰ ਤੋਂ ਵਿਹਲੇ ਹੋ ਕੇ ਉਹ ਬਾਬਾ ਜੀ ਨੂੰ ਆਪਣੇ ਘਰ ਲੈ ਗਿਆ ਤੇ ਚਾਹ ਪਾਣੀ ਦੀ ਸੇਵਾ ਕੀਤੀ। ਉਹ ਬਿਨਾਂ ਕੋਈ ਹੋਰ ਬੇਨਤੀ ਕਰਨ ਤੋਂ ਵਾਪਸ ਸਰਦਾਰ ਫੇਰਾ ਸਿੰਘ ਜੀ ਦੇ ਘਰ ਛੱਡ ਗਿਆ। ਹਫ਼ਤੇ ਪਿੱਛੋਂ ਨਿਯਤ ਸਮੇਂ ਅਨੁਸਾਰ ਦਵਿੰਦਰ ਸਿੰਘ ਫਿਰ ਆ ਕੇ ਬਾਬਾ ਜੀ ਨੂੰ ਡਾਕਟਰ ਪਾਸ ਲੈ ਗਿਆ। ਕੰਨ ਵਿੱਚ ਮਸ਼ੀਨ ਫਿੱਟ ਕਰਾਈ। ਡਾਕਟਰ ਨੇ ਮਸ਼ੀਨ ਦੀ ਸਾਰੀ ਵਰਤੋਂ ਸਮਝਾ ਦਿੱਤੀ। ਬਾਬਾ ਜੀ ਨੇ ਕੰਨ ਵਿੱਚ ਮਸ਼ੀਨ ਲਵਾ ਕੇ ਦਵਿੰਦਰ ਸਿੰਘ ਫਿਰ ਆਪਣੇ ਘਰ ਬਾਬਾ ਜੀ ਨੂੰ ਲੈ ਗਿਆ ਤੇ ਸ਼ਰਧਾ ਨਾਲ ਜਲ ਪਾਣੀ ਦੀ ਸੇਵਾ ਕੀਤੀ। ਬਾਬਾ ਜੀ ਨੇ ਉੱਥੇ ਬੈਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਿਆ। ਕੰਨ ਵਿੱਚ ਮਸ਼ੀਨ ਲੱਗ ਜਾਣ ਨਾਲ ਬਿਨਾਂ ਉਚੇਚਾ ਧਿਆਨ ਤੋਂ ਸਾਰੀ ਗੱਲਬਾਤ ਤੇ ਗੁਰਬਾਣੀ ਦਾ ਪਾਠ ਪਹਿਲਾਂ ਦੀ ਤਰ੍ਹਾਂ ਬਹੁਤਾ ਸੋਹਣਾ ਸੁਣਨ ਲੱਗ ਪਿਆ। ਥੋੜੀ ਵੋਲੀਅਮ ਉੱਚੀ ਕੀਤੀ ਤੇ ਆਪ ਜੀ ਕਹਿਣ ਲੱਗੇ ਕਿ ਜਵਾਨ ਇਸ ਨਾਲ ਤਾਂ ਪਹਿਲਾਂ ਨਾਲੋਂ ਵੀ ਚੰਗਾ ਸੁਣਦਾ ਹੈ। ਦਵਿੰਦਰ ਸਿੰਘ, ਤੇਰੀ ਸੇਵਾ ਪ੍ਰਵਾਨ ਹੋ ਗਈ ਹੈ। ਹੁਣ ਅਸੀਂ ਬਾਣੀ ਬੜੀ ਮੌਜ ਨਾਲ ਸੁਣਾਂਗੇ। ਅੱਗੇ ਬਾਣੀ ਪੜ੍ਹਨ ਵਾਲੇ ਨੂੰ ਮੁੜ ਮੁੜ ਕੇ ਕਹਿਣਾ ਪੈਂਦਾ ਸੀ ਕਿ ਥੋੜਾ ਉੱਚੀ ਪਾਠ ਕਰੋ। ਇਹ ਤਾਂ ਗੁਰੂ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕੀਤੀ ਹੈ। ਨਾਲ ਹੀ ਪੁੱਛਿਆ ਕਿ ਇਸ ਦੇ ਕਿੰਨੇ ਪੈਸੇ ਲੱਗੇ ਹਨ। ਦਵਿੰਦਰ ਸਿੰਘ ਨੇ ਦੱਸਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਬਾਬਾ ਜੀ ਸਾਰੀ ਗੁਰੂ ਮਹਾਰਾਜ ਜੀ ਦੀ ਮਾਇਆ ਹੈ। ਮੇਰੇ ਧੰਨ ਭਾਗ ਹਨ ਕਿ ਮੈਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਮਾਇਆ ਵਿੱਚੋਂ ਕੁਝ ਪੈਸੇ ਖਰਚ ਕੇ ਤੁਹਾਡੀ ਖੁਸ਼ੀ ਲੈ ਸਕਿਆ ਹਾਂ। ਦਵਿੰਦਰ ਸਿੰਘ ਦੇ ਇਸ ਤਰ੍ਹਾਂ ਦੇ ਨਿਮਰਤਾ ਭਰੇ ਵਚਨ ਸੁਣ ਕੇ ਆਪ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ, ਅਸੀਂ ਤੇਰੀ ਕੀਤੀ ਸੇਵਾ ਤੋਂ ਅਰਦਾਸ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਨ ਲੱਗੇ ਹਾਂ। ਕੋਈ ਚਾਹਨਾ ਹੋਵੇ ਤਾਂ ਬਿਨਾਂ ਝਿਜਕ ਦੱਸ ਦਿਓ। ਦਵਿੰਦਰ ਸਿੰਘ ਤਾਂ ਚੁੱਪ ਕਰ ਰਿਹਾ, ਪਰ ਕੋਲ ਹੀ ਇਹਨਾਂ ਦੇ ਘਰੋਂ ਬੀਬੀ ਪਰਮਜੀਤ ਕੌਰ ਬੈਠੀ ਸੀ। ਉਸਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਬਾਬਾ ਜੀ, ਬਾਕੀ ਤਾਂ ਦੁਨਿਆਈ ਦੇ ਸਾਰੇ ਪਦਾਰਥ ਤੇ ਸੁੱਖ ਸਾਨੂੰ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹੋਏ ਹਨ। ਘਾਟ ਕੇਵਲ ਸਾਨੂੰ ਇੱਕੋ ਹੀ ਹੈ, ਸਾਡੇ ਘਰ ਵਿੱਚ ਸੰਤਾਨ ਕੋਈ ਨਹੀਂ ਹੈ। ਕਿਰਪਾ ਕਰਕੇ ਕਿਵੇਂ ਸੰਸਾਰ ਨਾਲ ਸਾਡਾ ਨਾਤਾ ਬਣਾ ਜਾਵੇ। ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ, ਬੀਬੀ ਉਂਝ ਤਾਂ ਮਾਨ ਮੰਗਿਓ ਤਾਨ ਮੰਗਿਓ, ਧਨ ਲక్ష్ਮੀ ਸੂਤ ਦੇਹੇ। ਆਪਾਂ ਸਭ ਕੁਝ ਸਤਿਗੁਰ ਜੀ ਪਾਸੋਂ ਹੀ ਮੰਗਣਾ ਹੈ, ਪਰ ਇਹਨਾਂ ਸਾਰੀਆਂ ਸ੍ਰੇਸ਼ਟ ਮੰਗਾਂ ਵਿੱਚੋਂ ਮੰਗਣਾ ਮੰਗਨ ਨੀਕਾ ਹਰ ਜਸ ਗੁਰੂ ਤੇ ਮੰਗਣਾ। ਚਲੋ ਜੇ ਤੁਹਾਡੀ ਬੱਚੇ ਦੀ ਹੀ ਇੱਛਾ ਹੈ ਤਾਂ ਅਸੀਂ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਹੀ ਕਰਨੀ ਹੈ। ਮਾਲਕ ਜ਼ਰੂਰ ਸਵੀਕਾਰ ਕਰੇਗਾ ਤੇ ਬਖਸ਼ਿਸ਼ ਕਰ ਦੇਵੇਗਾ। ਆਪ ਜੀ ਨੇ 5 ਵਾਰੀ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕੀਤੀ ਕਿ ਸਤਿਗੁਰ ਜੀ ਆਪਣੇ ਸੇਵਕਾਂ ਦੀ ਸੇਵਾ ਦਰ ਪ੍ਰਵਾਨ ਕਰੋ ਤੇ ਇਹਨਾਂ ਦੇ ਮਨ ਵਿੱਚ ਜੋ ਭੁਜੰਗੀ ਦੀ ਇੱਛਾ ਹੈ ਉਸ ਨੂੰ ਕਿਰਪਾ ਕਰਕੇ ਪੂਰੀ ਕਰੋ। ਥੋੜਾ ਸਮਾਂ ਉੱਥੇ ਹੋਰ ਠਹਿਰਨ ਉਪਰੰਤ ਆਪ ਜੀ ਨੇ ਇਹਨਾਂ ਨੂੰ ਹਰ ਰੋਜ਼ ਨਿਤਨੇਮ ਦਾ ਪਾਠ ਕਰਨ ਦੀ ਹਿਦਾਇਤ ਕੀਤੀ ਤੇ ਉਪਰੰਤ ਗੁਰੂ ਮਹਾਰਾਜ ਜੀ ਪਾਸੋਂ ਹਰ ਰੋਜ਼ ਇਸ ਦਾਤ ਦੀ ਪ੍ਰਾਪਤੀ ਲਈ ਅਰਦਾਸ ਕਰਨ ਲਈ ਕਿਹਾ, ਜੋ ਇਹਨਾਂ ਨੇ ਨੇਮ ਨਾਲ ਕਰਨਾ ਆਰੰਭ ਕਰ ਦਿੱਤਾ। 1 ਸਾਲ ਬਾਅਦ ਗੁਰੂ ਮਹਾਰਾਜ ਜੀ ਨੇ ਭੁਜੰਗੀ ਦੀ ਦਾਤ ਬਖਸ਼ਿਸ਼ ਕੀਤੀ ਅਤੇ 2 ਸਾਲ ਬਾਅਦ ਇੱਕ ਹੋਰ ਭੁਜੰਗੀ ਦੀ ਦਾਤ ਬਖਸ਼ਿਸ਼ ਹੋ ਗਈ। ਗੁਰੂ ਪਾਤਸ਼ਾਹ ਜੀ ਦਾ ਵੀ ਫਰਮਾਨ ਹੈ, ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਨ ਬਣ ਕੇ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਜਨ ਬਣਨ ਦੀ ਹੀ ਲੋੜ ਹੈ, ਫਿਰ ਤਾਂ ਮੇਰੀ ਬਾਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੂਟੇ ਮੋਹੀ।
ਏਕ ਸਮੇਂ ਮੋਹ ਕਉ ਗਹਿ ਬਾਂਦੇ, ਤਾਉ ਫੁਨ ਮੋਹ ਪੈ ਜਵਾਬ ਨਾ ਹੋਈ। ਕਿਉਂਕਿ ਜਨ ਬੇਮੁਹਤਾਜ ਬੇਪਰਵਾਹ ਹੁੰਦਾ ਹੈ। ਦੂਸਰੇ ਕੀਤੇ ਭਾਗਾਂ ਨਾਲ ਜਨ ਦਾ ਮਿਲਾਪ ਹੋ ਵੀ ਜਾਵੇ, ਉਸ ਨੂੰ ਰਿਝਾਵਣ ਦੀ ਲੋੜ ਹੁੰਦੀ ਹੈ। ਜਦੋਂ ਜਨ ਰੀਝ ਜਾਵੇ ਫਿਰ ਤਾਂ ਜੋ ਮੰਗਿਓ ਸੋ ਪਾਵਿਓ ਰੇ ਵਾਲੀ ਗੱਲ ਬਣ ਜਾਂਦੀ ਹੈ। ਜਨ ਵੀ ਜ਼ੋਰ ਮਾਣ ਦਾਵਾ ਛੱਡਣ ਉਪਰੰਤ ਹੀ ਰੀਝਦਾ ਹੈ। ਜਨ ਦੀ ਖੁਸ਼ੀ ਪ੍ਰਭੂ ਪਰਮੇਸ਼ਵਰ ਦੀ ਖੁਸ਼ੀ ਹੈ। ਖੁਸ਼ੀ ਵਿੱਚ ਆ ਕੇ ਜਨ ਪ੍ਰਭੂ ਦੇ ਚਰਨਾਂ ਵਿੱਚੋਂ ਜੋ ਵੀ ਮੰਗਦਾ ਹੈ ਅਤੇ ਮੂੰਹ ਵਿੱਚੋਂ ਵਾਕ ਉਚਾਰਨ ਕਰ ਦਿੰਦਾ ਹੈ, ਉਹ ਵਚਨ ਲੋਕ ਪਰਲੋਕ ਵਿੱਚ ਅਟਲ ਹੁੰਦੇ ਹਨ। ਪੰਜਵੇਂ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਵਿੱਚ ਵਚਨ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।